करती। सो बच्चे कल आपां इत्थों तक पढ़ लिया सीगा, ठीक है, एंड वी हैव कंप्लीटेड टिल हियर। मैं दसदा तुहानूं बई आपां ये देख लिया सीगा कि वट आर कंडक्टर्स, वट आर इंसुलेटर्स एंड वट आर सैमी कंडक्टर्स। एक बार मैं तुहानूं इत्थों दा थोड़ा जिहा दोबारा दस दिना कि अपने कोले इत्थे की होया, दो आपां ने बैंड बनाए, जिवें एक वाला बैंड हो गया अपने कोले कंडक्शन बैंड, एक अपने कोले बन गया वैलेंस बैंड। जिहड़ा अपने कोले इंसुलेटर है, ठीक है, ਉਹਦੇ ਵਿੱਚ ਕੀ ਹੁੰਦਾ ਹੈ ਕਿ ਵੀ ਕੰਡਕਸ਼ਨ ਬੈਂਡ ਤੇ ਇਹ ਜਿਹੜਾ ਹੈ ਉਹ ਬਹੁਤ ਜ਼ਿਆਦਾ ਦੂਰ ਦੂਰ ਹੁੰਦੇ ਆ, ਉਹਨਾਂ ਦਾ ਗੈਪ ਜੋ ਹੁੰਦਾ ਹੈ ਉਹ ਗੈਪ ਬਹੁਤ ਵੱਡਾ ਹੁੰਦਾ ਹੈ, ਠੀਕ ਹੈ ਨਾ। ਗੈਪ ਇੰਨਾ ਵੱਡਾ ਹੋਣ ਦੇ ਕਰਕੇ ਉਸ ਦੇ ਵਿੱਚ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਇਲੈਕਟ੍ਰੋਨਸ ਕਦੇ ਜੰਪ ਵੀ ਨਹੀਂ ਕਰ ਸਕਦੇ ਤੇ ਕੰਡਕਸ਼ਨ ਬੈਂਡ ਆਪਣੀ ਐਮਟੀ ਸੀਗੀ, ਐਮਟੀ ਹੈਗੀ, ਐਮਟੀ ਰਹਿੰਦੀ ਹੈ, ਜਿਹਦੇ ਕਰਕੇ ਉਹ ਹਮੇਸ਼ਾ ਇਨਸੂਲੇਸ਼ਨ ਕਰਦਾ ਹੈ। ਜਿਹੜਾ ਆਪਣੇ ਕੋਲੇ ਹੁੰਦਾ ਹੈ ਕੰਡਕਟਰ, ਕੰਡਕਟਰ ਦੇ ਵਿੱਚ ਕੀ ਹੁੰਦਾ ਹੈ, ਓਵਰਲੈਪਿੰਗ ਹੁੰਦੀ ਹੈ ਆਪਣੇ ਕੋਲ। ਕੰਡਕਟਰ ਦੇ ਵਿੱਚ ਆਪਣੇ ਕੋਲ ਇਹਨਾਂ ਦੋਵਾਂ ਦੀ ਹੋ ਜਾਂਦੀ ਹੈ ਓਵਰਲੈਪਿੰਗ। ਇਸ ਤਰ੍ਹਾਂ ਓਵਰਲੈਪਿੰਗ ਹੋਣ ਦਾ ਮਤਲਬ ਇਹ ਹੈ कि कंडक्शन बैंड इज नेवर एम्प्टी, इट ऑलवेज हैव इलैक्ट्रॉन्स, चाहे वो ठंडा होवे चाहे वो गर्म होवे, ਉਹਦੇ ਕੋਲ ਇਲੈਕਟ੍ਰੋਨ ਹੈਗੇ ਹੀ ਹੈਗੇ, ਤਾਂ ਜਿਹਦੇ ਕਰਕੇ ਉਹਨਾਂ ਨੇ ਟ੍ਰਾਂਸਫਰ ਹੋਣਾ ਹੀ ਹੋਣਾ ਹੈ ਤੇ ਇਲੈਕਟ੍ਰਿਸਿਟੀ ਕੰਡਕਟ ਕਰਨੀ ਹੀ ਕਰਨੀ ਹੈ। ਇਹਦੇ ਵਿੱਚ ਆਪਣੇ ਕੋਲ ਕੋਈ ਦੋ ਰਾਏ ਨਹੀਂ ਰਹੀ, ਠੀਕ ਹੈ ਜੀ। ਚਲੋ ਜੀ, ਉਹ ਤਾਂ ਹੋ ਗਿਆ ਆਪਣੇ ਕੋਲ ਕਨੈਕਸ਼ਨ। ਸੈਮੀ ਕੰਡਕਟਰ ਦਾ ਕੇਸ ਥੋੜਾ ਜਿਹਾ ਗੜਬੜ ਹੈ। ਜਦੋਂ ਮੈਂ 0 ਕੈਲਵਿਨ ਕੀਤਾ ਕਿ ਬਹੁਤ ਠੰਡਾ ਹੈ, ਉਸ ਵੇਲੇ ਤਾਂ ਆਪਣੇ ਕੋਲੇ ਕੰਡਕਸ਼ਨ ਬੈਂਡ ਆਪਣੇ ਕੋਲੇ ਹੁੰਦਾ ਐਮਟੀ, ਤਾਂ ਜਿਹਦੇ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਅਪ ਟੂ ਸਮ ਟੈਂਪਰੇਚਰ ਦਿਸ ਵਿਲ ਐਕਟ ਲਾਈਕ ਇਨਸੂਲੇਟਰ। ਤੇ ਜਦੋਂ ਆਪਾਂ ਉਹਨੂੰ ਕੁਝ ਸਰਟਨ ਟੈਂਪਰੇਚਰ ਤੇ ਆਪਾਂ ਲੈ ਆਏ ਤਾਂ these electrons they will start jumping from valence band to the conduction band। ਕੰਡਕਸ਼ਨ ਬੈਂਡ ਦੇ ਵਿੱਚ ਇਹਨਾਂ ਨੇ ਮੂਵ ਕਰਨ ਲੱਗ ਜਾਣਾ ਹੈ ਤੇ ਆਪਾਂ ਵੀ ਵਿਲ ਕਾਲ ਇਟ ਫ੍ਰੀ ਇਲੈਕਟ੍ਰੋਨਸ। ਐਂਡ ਇੱਥੇ ਇੱਕ ਆਪਣੇ ਕੋਲ ਨਵੀਂ ਚੀਜ਼ ਬਣ ਜਾਂਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਹੋਲ, ਠੀਕ ਹੈ। ਹੁਣ ਇਹ ਹੋਲਸ ਕੀ ਹੁੰਦੇ ਆ, ਇਹ ਕਿਵੇਂ ਕਨੈਕਸ਼ਨ ਕਰਦੇ ਆ, ਕਨੈਕਸ਼ਨ ਇਹਨਾਂ ਦੇ ਵਿੱਚ ਕੀ ਕੀ ਚੀਜ਼ਾਂ ਹੁੰਦੀਆਂ, ਇਹ ਆਪਾਂ ਤੁਹਾਨੂੰ ਦੱਸਦੇ ਹਾਂ ਅੱਗੇ ਅੱਜ ਦੇ ਲੈਕਚਰ 'ਚ। ਇਹ ਜਿਹੜਾ ਡਾਇਗਰਾਮ ਆਪਾਂ ਨੇ ਕੀਤਾ, ਸਟੱਡੀ ਕੀਤਾ, ਇਹਨੂੰ ਆਪਾਂ ਕਹਿੰਦੇ ਆ એનર્ਜੀ ਬੈਂਡ ਡਾਇਗਰਾਮ। ਇਹ ਡਾਇਗਰਾਮਸ ਨੂੰ ਆਪਾਂ ਕਹਾਂਗੇ એનર્ਜੀ ਬੈਂਡ ਡਾਇਗਰਾਮਸ। ਚਲੋ ਜੀ, ਹੁਣ ਚੱਲਦੇ ਆਪਾਂ ਇਹ ਤੋਂ ਅੱਗੇ। ਹੁਣ ਇੱਕ ਹੁੰਦਾ ਹੈ ਪੁੱਤ ਇਹ ਵੈਲੈਂਸ ਬੈਂਡ ਮਾਡਲ। ਇਹ ਆਪਾਂ ਇੱਕ ਹੋਰ ਮੈਂ ਤੁਹਾਨੂੰ ਦੱਸ ਦਿਆਂ, ਉਸ ਤੋਂ ਬਾਅਦ ਆਪਣਾ ਨੈਕਸਟ ਆਪਾਂ ਸ਼ੀਟ ਲੈ ਕੇ ਆਵਾਂਗੇ। ਦੇਖੋ ਹੁਣ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਵਟ ਇਜ਼ ਵੈਲੈਂਸ ਬੌਂਡ ਮਾਡਲ। ਕਈ ਵਾਰ ਕੁਐਸਚਨ ਆ ਜਾਂਦਾ ਹੈ ਕਿ ਵੀ ਵੈਲੈਂਸ ਬੌਂਡ ਮਾਡਲ ਦੀ ਮਦਦ ਦੇ ਨਾਲ ਆਹ ਚੀਜ਼ ਦੱਸੋ ਵੀ ਸੈਮੀ ਕੰਡਕਟਰ ਕਿਵੇਂ ਬਣਦਾ ਹੈ, ਤੇ ਜਾਂ ਆ ਜਾਊਗਾ ਤੁਹਾਨੂੰ એનર્ਜੀ ਬੈਂਡ ਡਾਇਗਰਾਮ ਬਣਾਓ, ਸਪੈਸੀਫਿਕਲੀ ਮੈਂਸ਼ਨ ਹੋਏਗਾ। ਇਸ ਕਰਕੇ ਦਿਸ ਇਜ਼ ਵੈਰੀ ਇੰਪੋਰਟੈਂਟ। ਵੈਲੈਂਸ ਬੌਂਡ ਮਾਡਲ ਦੇ ਵਿੱਚ ਕੀ ਹੁੰਦਾ, ਆਪਾਂ ਜਿਵੇਂ ਮੰਨ ਲਓ ਸਿਲੀਕਨ ਦਾ ਐਗਜ਼ਾਮਪਲ ਲਈਏ, ਸਿਲੀਕਨ ਦਾ ਐਗਜ਼ਾਮਪਲ ਲੈ ਲਿਆ। ਮੈਂ ਕਿਹਾ ਜੀ ਦੇਖੋ ਇੱਕ ਆ ਸਿਲੀਕਨ ਦਾ ਨਿਊਕਲੀਅਸ ਪਿਆ, ਇੱਕ ਆ ਪਿਆ, ਇੱਕ ਆ ਪਿਆ, ਇੱਕ ਆ ਪਿਆ, ਇਸ ਤਰ੍ਹਾਂ ਆਪਣੇ ਕੋਲ ਆ ਸਿਲੀਕਨ ਦੇ ਐਟਮਸ ਨੇ ਤੇ ਇਹਨਾਂ ਦੀ ਕੋਵਲੈਂਟ ਬੌਂਡਿੰਗ ਹੈਗੀ ਹੈ, ਜਿਨ੍ਹਾਂ ਦੇ ਕਰਕੇ ਇਹ ਇੱਕ ਦੂਜੇ ਦੇ ਨਾਲ ਬੰਨੇ ਹੋਏ ਨੇ, ਠੀਕ ਹੈ। ਫਿਰ ਇਸ ਦੇ ਵਿੱਚ ਆਪਾਂ ਨੂੰ ਇਲੈਕਟ੍ਰੋਨ ਸ਼ੋ ਕਰਨੇ ਆ, ਤਾਂ ਇਲੈਕਟ੍ਰੋਨ ਆਪਾਂ ਇਹ ਸ਼ੋ ਕਰਦੇ ਆ ਪੁੱਤ, ਜਿਹੜਾ ਪਹਿਲਾ ਸਿਲੀਕਨ ਹੈ ਉਹਦੇ ਵਾਸਤੇ ਮੈਂ ਡਾਟ ਸ਼ੋ ਕਰਦਾ, ਡਾਟ, ਠੀਕ ਹੈ, ਐਂ ਕਰਕੇ ਹੈ। ਜਿਹੜਾ ਉਹਦੇ ਨਾਲ ਹੁੰਦਾ ਹੈ ਉਹਦੇ ਵਾਸਤੇ ਮੈਂ ਕ੍ਰੋਸ ਲਗਾ ਦਿੰਦਾ ਵੀ ਇਹਦੇ ਇਲੈਕਟ੍ਰੋਨ ਨੂੰ ਆਪਾਂ ਕ੍ਰੋਸ ਦੇ ਰੂਪ 'ਚ ਸ਼ੋ ਕਰਤਾ। ਇੱਥੇ ਐਂ ਹੋ ਗਿਆ, ਇੱਥੇ ਆਪਣੇ ਆਹ ਵਾਲਾ ਕ੍ਰੋਸਿੰਗ 'ਚ ਚਲਾ ਜਾਊਗਾ, ਆਹ ਚਲਾ ਗਿਆ ਕ੍ਰੋਸਿੰਗ 'ਚ, ਠੀਕ ਹੈ। ਐਂ ਕਰਕੇ ਆਪਾਂ ਨੇ ਇੱਥੇ ਸਾਰੇ ਡਰਾ ਕਰਤੇ, ਫਿਰ ਆਹ ਡਾਟ ਆ ਗਿਆ, ਮਤਲਬ ਫਿਰ ਕ੍ਰੋਸ ਆ ਗਿਆ। ਇਸ ਤਰ੍ਹਾਂ ਆਪਾਂ ਨੇ ਸ਼ੋ ਕਰਤਾ, ਠੀਕ ਹੈ ਨਾ। ਹੁਣ ਇਹਦੇ ਵਿੱਚ ਕੀ ਹੁੰਦਾ ਹੈ, ਆਹ ਵਾਲਾ ਇਲੈਕਟ੍ਰੋਨ ਮੈਂ ਹਟਾ ਦਿੰਦਾ, ਇਹ ਕੋਵਲੈਂਟ ਬੌਂਡ ਮੈਨੇ ਸ਼ੋ ਕਰਤੇ ਸਾਰਿਆਂ ਦੇ। ਸੋ ਨਾਓ what will happen, ਕੁਝ ਇਲੈਕਟ੍ਰੋਨਸ ਜਿਹੜੇ ਇੱਥੋਂ ਦੀ ਆਪਣੇ ਕੋਲੇ ਜੰਪ ਕਰ ਜਾਣਗੇ, ਤਾਂ ਆਪਾਂ ਨੇ ਕਾ ਇਲੈਕਟ੍ਰੋਨ ਜੰਪ ਕਰਾਤਾ, ਲੈਟ ਅਸ ਸੇ ਕਾ ਜੰਪ ਕਰਾਤਾ, ਇੱਕ ਆਪਾਂ ਇੱਥੋਂ ਦੀ ਜੰਪ ਕਰਾਤਾ, ਆਪਣੇ ਕੋਲੇ 3 ਬਣ ਗਏ। ਇਹਨੂੰ ਮੈਂ ਲਿਖਤਾ ਕੰਡਕਸ਼ਨ ਬੈਂਡ।
ਆਏ ਬਣਾਉਣਾ ਹੈ ਪੁੱਤੇ, ਠੀਕ ਹੈ। ਤਾਂ ਇਹਨੂੰ ਆਪਾਂ ਨੇ ਕਹਿ ਦਾਂਗੇ ਆਪਾਂ ਕੀ, ਕੰਡਕਸ਼ਨ। ਕੰਡਕਸ਼ਨ ਬੈਂਡ ਆ ਗਿਆ। ਇਹ ਮੈਂ ਹੁਣ ਕੀ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਹੈ, ਮੈਂ ਤੁਹਾਨੂੰ ਬਿਲਕੁਲ ਮਤਲਬ ਵੈਲੈਂਸ ਇਲੈਕਟ੍ਰੋਨਸ ਨੂੰ ਆਪਾਂ ਕੋਵੈਲੈਂਟ ਬੌਂਡਿੰਗ ਦੇ ਥਰੂ ਆਪਾਂ ਨੇ ਸ਼ੋ ਕੀਤਾ ਕਿ ਆਪਣੇ ਕੋਲ 4 ਵੈਲੈਂਸ ਇਲੈਕਟ੍ਰੋਨ ਸੀ, 4 ਇਹਨਾਂ ਦੀ ਬੌਂਡਿੰਗ ਬਣਨੀ ਸੀਗੀ। ਉਸ ਤਰ੍ਹਾਂ ਆਪਾਂ ਨੇ ਬੌਂਡਿੰਗ ਬਣਾ ਕੇ ਆਪਾਂ ਸ਼ੋ ਕਰਤਾ, ਤੇ ਆਪਾਂ ਇੱਥੋਂ ਦੀ ਸ਼ੋ ਕਰਤਾ ਵੀ ਜਦੋਂ ਮੈंने ਇਹਨੂੰ ਟੈਂਪਰੇਚਰ ਦਿੱਤਾ ਤਾਂ ਇਲੈਕਟ੍ਰੋਨ ਉੱਪਰ ਜੰਪ ਕਰ ਗਿਆ। ਇਹ ਆਪਣੇ ਕੋਲੇ ਬਣ ਗਏ ਸਾਰੇ ਫ੍ਰੀ ਇਲੈਕਟ੍ਰੋਨਸ। ਤੇ ਇੱਥੇ ਆਪਣੇ ਕੋਲੇ ਬਣ ਜੂਗਾ ਹੋਲ। होल ਨੂੰ मैं किवें शो करूंगा, लेट अस से मैं रेड कलर पिंक कलर शो करदा, एक होल बन गया, होल बन गया। होल, होल दा मतलब है एम्प्टी प्लेसेस। होल मतलब एम्प्टी स्पेसेस created by electrons when they jump into conduction band। इन्हू नाल नाल लिख लिया करो, थोड़ा रफ वर्क ते बना लिया करो, तुहानू सारा कुछ समझ लगेगा उहदे नाल। लो जी बच्चे, इत्थों तक गल क्लीयर होगी? हाँ भाई यस बोलो या नो बोलो। यस सर। ओके, जो मैं पुत कहा ना कि यस बोल दो नो बोल दो, बस वो तो यस बोल दिया करो या नो बोल दिया करो भी सर आ चीज प्रॉब्लम है, जो नहीं प्रॉब्लम है तो यस बोलती कि सर यस एवरीथिंग इज ओके, नो प्रॉब्लम एट ऑल, थोड़ा जिहा आइडिया लग जाता है। चलो जी इदू चलते हैं हुण आपां नैक्सट पॉइंट ते। सो टुडेज लैक्चर इज दिस, ठीक है, जिहड़ा अपने कोले बनना है ये बन गया अपने कोले। चलो मैं हुणे दसदा, ये डोपिंग ते अपने कोल पूरा दा पूरा लैक्चर बनया होया। देखो जी डोपिंग, तो हुण आपां ने देखिया कि यार जो सिलिकन आपां नू मिल गया है, ये बहुत वधिया मटीरियल है, ਇਹਦੀ ਤਾਂ प्रॉपर्टी बहुत घैंट है भी ਜਦੋਂ ਇਹ ठंडा है ਉਦੋਂ ਇਹ ਇਨਸੂਲੇਟਰ ਹੈ, ਜਦੋਂ ਗਰਮ ਹੋ ਗਿਆ ਉਦੋਂ ਕੰਡਕਟਰ ਹੋ ਗਿਆ। ਇਹ प्रॉपर्टी ਬਹੁਤ ਵਧੀਆ ਯਾਰ, ਮੈਨੂੰ ਬਹੁਤ ਵਧੀਆ ਲੱਗੀ। ਹੁਣ ਜਿਵੇਂ ਕਿ ਆਪਾਂ ਕਹਿ ਦਈਏ ਕਿ ਜੇ ਇਹਦੇ ਉੱਤੇ ਲਾਈਟ ਪਊਗੀ ਤਾਂ ਇਹ ਕੰਡਕਟਰ ਹੈ, ਜੇ ਲਾਈਟ ਨਹੀਂ ਪਏਗੀ ਤਾਂ ਇਹ ਨੌਨ ਕੰਡਕਟਰ ਹੈ। ਸੋਚ ਕੇ ਦੇਖੋ ਤੁਸੀਂ ਵੀ ਕਿੰਨਾ ਸੋਹਣਾ ਕੰਮ ਬਣ ਜੇ ਕਿ ਜਿਵੇਂ ਮੇਰੇ ਕੋਲੇ ਪੰਖਾ ਲੱਗਿਆ ਹੋਇਆ ਉੱਪਰ ਤੇ ਮੈਂ ਇਹਦੇ ਉੱਤੇ ਇੱਕ ਸੋਲਰ ਸੈੱਲ ਲਾਇਆ ਹੋਇਆ, ਸੋਲਰ ਸੈੱਲ ਨਹੀਂ ਇੱਕ ਇਸ ਟਾਈਪ ਦਾ ਸੈੱਲ ਲਾਇਆ ਹੋਇਆ। ਉਹ ਸੈੱਲ ਨੇ ਜਦੋਂ ਦੇਖਿਆ ਵੀ ਯਾਰ ਧੁੱਪ ਪੈਣ ਲੱਗ ਗਈ, पंखा आपे चल जा करूगा, जो धुप हट जा करेगी हनेरा हो जा करेगा, पंखा ऑफ हो जा करेगा या AC कह लो ऑफ हो जा करेगा। तो इस तरह की चीज़ अपने कोले बन सकती है भी आप इस तरह का सर्किट भी बना सकते हैं, ऑटोमैटिक आपे सिस्टम चलने लग जाए, कितना सोहना सिस्टम बन जाए। क्योंकि हजे तक आप साइंस के सिर्फ ये चीज़ां जानते हैं भी जो अपने बैटरी लगाती तो करंट पास होएगा, नहीं तो करंट नहीं पास होगा। बट ये अपने कोले एक मैजिकल इंस्ट्रूमेंट बन गया, स्मार्ट सिस्टम की शुरुआत हो गई। अपने स्मार्ट मोबाइल भी जे लाइट आ गई तो आपे ब्राइटनेस घट जाती है, स्मार्ट मोबाइल है जी। इस तरह की अपने कोले सिस्टम बनने के वास्ते गुंजाइश आ गई, लेकिन ਇਹਦਾ एक बहुत बड़ा एक लिमिटेशन है। ਇਹਦੀ लिमिटेशन की है, ਆਪਾਂ ਕਹਾਂਗੇ the current is very very low, the current is very low। भाई करंट तो चलता है, कोई दो राय नहीं, लेकिन जो करंट आएगा ये इन्ना ज्यादा लो है कि जो मैं आपके पंखे के वास्ते लगाया आई फाउंड के पंखा चल ही नहीं सकता। क्यों? क्योंकि तुसी एक बहुत ही छोटा करंट आपको मिल रहा है, जिदे करके अपने वास्ते कम नहीं आया। आप चाहते हैं कि करंट नूं हुण आपां वधाईए। ये प्रॉपर्टी आपको बहुत वधिया लगी, वी लाइक सम प्रॉपर्टी बट वी नाउ वांट टू एनहांस इट। We want to enhance this property। ਤਾਂ ਕੀ ਕੀਤਾ ਜਾਵੇ? ਤਾਂ ਆਪਾਂ ਕੀ ਕਰਾਂਗੇ? ਦੇਖੋ there is a process which is called doping। doping ਦਾ ਮਤਲਬ ਹੈ ਕਿ ਕੋਈ ਆਪਾਂ ਗੜਬੜ ਕਰਦੇ ਨਹੀਂ ਉਸ ਮਟੀਰੀਅਲ ਦੇ ਵਿੱਚ, ਆਪਾਂ ਕੋਈ ਸ਼ਰਾਰਤ ਕੀਤੀ, ਕੁਝ ਮਟੀਰੀਅਲ ਬਾਹਰ ਕੱਢ ਲਿਆ ਤੇ ਉਹਦੀ ਜਗ੍ਹਾ ਕੁਝ ਮਟੀਰੀਅਲ ਆਪਾਂ ਨੇ ਅੰਦਰ ਰੱਖਤਾ, ਆਪਾਂ ਨੇ ਕੁਝ ਗੜਬੜ ਕੀਤੀ ਹੈ, ਉਹਨੂੰ ਆਪਾਂ ਕਹਾਂਗੇ ਡੋਪਿੰਗ। ਦੀ ਪ੍ਰੋਸੈਸ ਆਫ ਡੈਲੀਬਰੇਟ ਐਡੀਸ਼ਨ of a desirable impurity। तुसी देखो कि लिखा impurity ही है। अपने कोले प्योर सिलिकन आपने देख लिया, प्योर सिलिकन
प्योर सिलिकन कह लो या प्योर तुसी कह लो कि जर्मेनियम की मेरे को एक प्लेट पई है जिहड़ी कि प्योर सिलिकन है। उस प्योर सिलिकन दे विच आपां ने कुछ इंप्योरिटीज ऐड कीतियां टू ए प्योर सैमीकंडक्टर सो एज टू इनक्रीज दी कंडक्टिविटी। आपां उसकी कंडक्टिविटी इनक्रीज करना चाहुंदे आ जिहदे करके आपां ने उहनूं च पाया दैट इज कॉल्ड डोपिंग। दोबारा सुन लो, मेरे को प्योर सिलिकन का एक पीस पिया, मैं की कीता इहदे विचों दी सिलिकन दे एटम नूं बाहर कढ लिया ते इहदी जगह एक नवां एटम पाता, डोपिंग। दिस इज कॉल्ड डोपिंग। बच्चे गल क्लियर होगी? ठीक है जी सर। नाउ द इंप्योरिटी एटम्स दे आर कॉल्ड डोपेंट। ਉਹਨੂੰ ਆਪਾਂ ਡੋਪੈਂਟ ਕਹਾਂਗੇ ਜਿਹਨੇ ਆਪਣੇ ਇੰਪਿਓਰ ਕੀਤਾ, ਤੇ ਜਿਹੜਾ ਆਪਣੇ ਕੋਲ ਦੂਜਾ ਸੀਗਾ ਉਹਨੂੰ ਆਪਾਂ ਕਹਾਂਗੇ ਡੋਪਡ ਸੈਮੀਕੰਡਕਟਰ। ਇਹ ਤੇ ਮੈਂ ਦੁਬਾਰਾ ਆਉਂਗਾ, ਆਰਾਮ ਨਾਲ ਦੇਖਦੇ ਹਾਂ। ਹੁਣ ਦੇਖੋ, ਸਭ ਤੋਂ ਪਹਿਲਾਂ ਤਾਂ ਆਪਾਂ ਲਿਮਿਟੇਸ਼ਨ ਆਫ ਇੰਟ੍ਰਿੰਸਿਕ ਸੈਮੀਕੰਡਕਟਰ ਦੇਖਦੇ ਹਾਂ। ਨਾਓ देयर आर टू टाइप ਆਫ ਸੈਮੀਕੰਡਕਟਰਸ। ਆਪਾਂ ਕੱਲ ਕੀਤੀ ਸੀ ਗੱਲ। ਇੱਕ ਆਪਣੇ ਕੋਲੇ ਆ ਜਾਂਦੇ ਆ ਇੰਟ੍ਰਿੰਸਿਕ ਸੈਮੀਕੰਡਕਟਰ ਤੇ ਇੱਕ ਆ ਜਾਂਦਾ ਐਕਸਟ੍ਰਿੰਸਿਕ ਸੈਮੀਕੰਡਕਟਰ। ਠੀਕ ਹੈ, ਨਹੀਂ ਕੱਲ ਨਹੀਂ ਕੀਤੀ, ਆਉਣ ਵਾਲੇ ਕੱਲ ਚ ਕਰਾਂਗੇ। ਦੋ ਤਰ੍ਹਾਂ ਦਾ ਸੈਮੀਕੰਡਕਟਰ ਹੁੰਦਾ, सिर्फ आप एक क्लासिफिकेशन की है, नथिंग। इंट्रिंसिक सैमीकंडक्टर वो होता है जो नैचुरली अकरिंग होन, रब की तरफों आए होन अपने कोले, जिवें कि सिलिकन ते जर्मेनियम। आपां उहदे विच कुछ नहीं कीता होया, ये रब की तरफों आपां नूं मिले सी, नैचुरल सी, तां वी विल कॉल इट इंट्रिंसिक। इंट्रिंसिक, इंट्रिंसिक का मतलब है कि मेरी अंदरूनी प्रॉपर्टी, जिवें मैं कहां यार मेरी ना इंट्रिंसिक है, इंट्रिंसिक मतलब मेरी अंदरूनी प्रॉपर्टी है, मैं आई कांट लीव इट, मैं छड़ नहीं सकता इस चीज नूं, तां ये अपने कोल आ गया इंट्रिंसिक। एक्सट्रिंसिक हुंदी है जिहड़ी बाहरों दी आपां ने कोई प्रॉपर्टी अडॉप्ट कीती है, दैट इज एक्सट्रिंसिक। तां एक्सट्रिंसिक अपने कोल प्योर नहीं हुंदे। एक्सट्रिंसिक सैमीकंडक्टर वो ने जिन्हां दे विच आपां इंट्रिंसिक दे विच डोपिंग कीती ते वो एक्सट्रिंसिक बन गया। आपां इत्थे आए लिख सकदे हां इंट्रिंसिक सैमीकंडक्टर। इस दे विच आपां की करता डोपिंग, ਤੇ ਆਪਣੇ ਕੋਲੇ ਕੀ ਬਣ ਗਿਆ ਐਕਸਟ੍ਰਿੰਸਿਕ ਸੈਮੀਕੰਡਕਟਰ ਆਪਣੇ ਕੋਲੇ ਬਣ ਗਿਆ। ਤਾਂ ਆਪਾਂ ਨੂੰ ਪਹਿਲਾਂ ਤਾਂ ਇਹ ਦੱਸਣਾ ਪਏਗਾ ਕਿ ਇੰਟ੍ਰਿੰਸਿਕ ਸੈਮੀਕੰਡਕਟਰ ਦੇ ਵਿੱਚ ਕੁਝ ਕਮੀਆਂ ਸੀਗੀਆਂ ਜੀ। ਕੀ ਕਮੀਆਂ ਸੀ? ਜਿਵੇਂ ਮੈਂ ਤੁਹਾਨੂੰ ਦੱਸਤਾ ਕਿ ਮੇਰਾ ਪੱਖਾ ਨਹੀਂ ਚੱਲਦਾ। ਹੁਣ ਦੇਖੋ ਇਹਨੇ ਕੀ ਕਿਹਾ, ਲੋ ਚਾਰਜ ਕੈਰੀਅਰ ਕਨਸੈਂਟ੍ਰੇਸ਼ਨ। ਜੇ ਮੈਂ ਗੱਲ ਕਰਾਂ ਕਿ ਇਲੈਕਟ੍ਰੋਨ ਦੀ ਵੀ ਮੇਰੇ ਕੋਲੇ ਫ੍ਰੀ ਇਲੈਕਟ੍ਰੋਨ ਉਹਦੇ ਚ ਆ ਗਿਆ, ਜੰਪ ਹੋ ਗਿਆ, ਤਾਂ ਵੀ ਉਹਦੇ ਵਿੱਚ ਇੰਨੀ ਵਾਲਾ ਕਰੰਟ ਨਹੀਂ ਆਇਆ ਵੀ ਜਿਹੜਾ ਮੇਰਾ ਕੋਈ ਫਾਇਦਾ ਕਰ ਸਕੇ। Intrinsic charge carrier are always thermally generated, always thermal। मतलब जिवें आ है, आह मान लो इंट्रिंसिक है। हुण तुसीं देखो कि जे मैं इहनूं गर्म करूंगा तां ही इलैक्ट्रॉन जंप करके ऊपर चला गया, मतलब मेरे सैमीकंडक्टर नूं हर हाल च गर्म ही करना पऊगा। जे मैं कहां कि यार मैं तो मोबाइल च पाता, हुण गर्म थोड़ी ना करूंगा। मैं चाहुंदा एक नवां प्रॉपर्टी कि यार इहदे उत्ते जे धुप पवे तां कंडक्शन च आ जाए, जे धुप ना पवे तां नॉन कंडक्टर बन जाए। आपां इह चीज़ चाहुंदे आ, तां ओह इहदे नाल इंट्रिंसिक दे नाल नहीं बन सकदी, सिर्फ इहदे नाल हीट दे नाल ही बनदी है। फिर फॉर इंट्रिंसिक सैमीकंडक्टर अपने नंबर ऑफ होल्स ते नंबर ऑफ इलैक्ट्रॉन हमेशा इक्वल हुंदे आ। ਤਾਂ ਇਹਦੇ ਵਾਸਤੇ ਇਹਦੇ ਉੱਤੇ ਵੀ ਆਪਣੇ ਕੋਲ ਇੱਕ ਲਿਮਿਟ ਲੱਗ ਜਾਂਦੀ ਹੈ ਵੀ ਆਪਾਂ ਇਹਨੂੰ ਕਿੱਥੇ ਕਿੱਥੇ ਆਪਾਂ ਯੂਜ਼ ਕਰ ਸਕਦੇ ਹਾਂ। ਇਹ ਵੀ ਆਪਣੀ ਇੱਕ ਲਿਮਿਟ ਬਣ ਗਈ। ਠੀਕ ਹੈ, ਤਾਂ ਇਹ ਆਪਣੇ ਕੋਲ ਮੇਨ ਡੀਮੈਰਿਟ ਇਸ ਦੇ ਆਪਾਂ ਨੂੰ ਮਿਲ ਗਏ। ਗੱਲ ਕਲੀਅਰ? ਚਲੋ ਜੀ ਹੁਣ ਚੱਲਦੇ ਹਾਂ ਆਪਾਂ ਇਹ ਤੋਂ ਅੱਗੇ। ਹੁਣ ਇਹਨੂੰ ਆਪਾਂ ਦੂਰ ਕਿਵੇਂ ਕੀਤਾ? ਇਹਨੂੰ ਆਪਾਂ ਕੀਤਾ ਦੂਰ ਡੋਪਿੰਗ ਦੇ ਥਰੂ। Now you see differences between intrinsic semiconductor and extrinsic semiconductor। intrinsic semiconductor ਚ ਆਪਣੇ ਕੋਲੇ ਕੀ ਆ ਗਿਆ? ਇਹ ਪੁੱਤ ਕੁਐਸਚਨ ਨਾ ਆਉਣਗੇ, ਇਸ ਕਰਕੇ ਇਹਦੇ ਧਿਆਨ ਦੇਣਾ ਹੈ ਆਪਾਂ ਨੇ। ਯਹੀਂ ਆਉਣਗੇ what are the differences। ਹੁਣ ਇੰਟ੍ਰਿੰਸਿਕ ਸੈਮੀਕੰਡਕਟਰ ਹੈ, ਜੇ ਆਪਾਂ ਲਿਖਾਂਗੇ ਜੀ ਇਹ ਪਿਓਰ ਹੁੰਦਾ ਹੈ, ਨੈਚੁਰਲੀ ਅਕਰਿੰਗ ਸੈਮੀਕੰਡਕਟਰ ਹੁੰਦਾ ਹੈ। ਠੀਕ ਹੈ, एक्सट्रिंसिक ऑब्वियसली इंप्योर होता है, तो इनू आपां ने आर्टिफिशियली क्रिएट किया जाता है, लैब च क्रिएट होता है। दूसरी चीज ਇਹਦੀ ਕੰਡਕਟਿਵਿਟੀ ਬਹੁਤ ਘੱਟ ਹੁੰਦੀ ਹੈ, ਇਹਦੀ ਕੰਡਕਟਿਵਿਟੀ ਬਹੁਤ ਜ਼ਿਆਦਾ ਹੁੰਦੀ ਹੈ, ਕੰਪੈरेटिवली ਜ਼ਿਆਦਾ ਹੁੰਦੀ ਹੈ, ਬਹੁਤ ਜ਼ਿਆਦਾ ਨਹੀਂ ਲਿਖਣੀ। ਹਾਇਰ ਕੰਡਕਟਿਵਿਟੀ ਲਿਖਿਆ ਆਪਾਂ ਨੇ, ਆਈ ਨਹੀਂ ਲਿਖਿਆ ਕਿ ਵੈਰੀ ਹਾਈ ਕੰਡਕਟਿਵਿਟੀ। ਕੰਡਕਟਿਵਿਟੀ ਇਜ਼ ਨਾਟ ਹਾਈ, ਹਾਇਰ ਕੰਪੈਰੀਜ਼ਨ। ਇੱਥੇ ਆਪਣੇ ਕੋਲੇ ਲੋ ਕੰਡਕਟਿਵਿਟੀ, ਇੱਥੇ ਆਪਣੇ ਕੋਲੇ ਕੰਪੈरेटिवली ਹਾਇਰ ਕੰਡਕਟਿਵਿਟੀ।
ਇਹ ਨੈਚੁਰਲ ਸੁਪਰ ਕੰਡਕਟਰ ਹੈਗੇ ਆ। ਇਹ ਆਪਣੇ ਕੋਲੇ ਕੀ ਆਂਦਾ, देयर इज ए प्रोसेस in which the intrinsic semiconductor is converted into extrinsic semiconductor, which that process is known as doping. Doping. फिर आ गया अपने को चौथा पॉइंट, जेड़ा इंट्रिंसिक है, ये बहुत सब तो इंपॉर्टेंट पॉइंट है। नंबर ऑफ फ्री इलेक्ट्रॉन इज ऑलवेज इक्वल टू नंबर ऑफ होल्स। की अर्थ हो गया इसका? ਇਹਦਾ अर्थ होया कि जे मेरे कोले इस तरह का कंडक्शन बैंड है तो अपने कोले आए बनाए हुए मैंने बैलेंस बैंड, मैं जो इनू हीट करूंगा, मान लो इत्थों दी एक इलेक्ट्रॉन जंप करके ऊपर चला गया तो नीचे होल बन गया। अपने कोले मान लो नीचे 4 इलेक्ट्रॉन सी, हुण आ वाला इलेक्ट्रॉन भी जंप कर गया जी ऊपर। नंबर ऑफ फ्री इलेक्ट्रॉन इज ऑलवेज इक्वल टू नंबर ऑफ होल्स। ये अपने को इंट्रिंसिक सैमीकंडक्टर है जी। लेकिन जे मैं हुण एक्सट्रिंसिक सैमीकंडक्टर की गल करां, उहदे विच आपां की करांगे, मैं तुहानूं दसूंगा अगे कि डोपिंग किन्ने तरह की हुंदी है, किवें किवें कीती जांदी है। डोपिंग दे विच की हुंदा है, आपां कुछ ऐ जिहा मटीरियल आपां विच पा दिंदे आ जिहदे नाल की हुंदा है, आ वाले इलैक्ट्रॉन तां हुंदे हुंदे आ लेकिन उहदे विच इलैक्ट्रॉन्स वध जांदे आ। ਤਾਂ ਇਹਦੇ ਵਿੱਚ ਜਾਂ ਤਾਂ ਆਪਣੇ ਕੋਲੇ ਨੰਬਰ ਆਫ ਹੋਲਸ ਇਲੈਕਟ੍ਰੋਨ ਤੋਂ ਜ਼ਿਆਦਾ ਹੋਣਗੇ ਜਾਂ ਨੰਬਰ ਆਫ ਇਲੈਕਟ੍ਰੋਨ ਹੋਲਸ ਤੋਂ ਜ਼ਿਆਦਾ ਹੋਣਗੇ। ਦੋਨੋਂ ਹੀ ਕੰਡੀਸ਼ਨਾਂ ਹੋ ਸਕਦੀਆਂ ਨੇ। ਜੇ ਨੰਬਰ ਆਫ ਹੋਲਸ ਜ਼ਿਆਦਾ ਹੈ ਤਾਂ ਉਹਨੂੰ ਆਪਾਂ ਕਵਾਂਗੇ ਪੀ ਟਾਈਪ ਸੈਮੀਕੰਡਕਟਰ, ਜੇ ਇਲੈਕਟ੍ਰੋਨ ਜ਼ਿਆਦਾ ਤਾਂ ਉਹਨੂੰ ਆਪਾਂ ਕੀ ਕਵਾਂਗੇ ਐਨ ਟਾਈਪ ਸੈਮੀਕੰਡਕਟਰਸ। ਠੀਕ ਹੈ ਜੀ, ਇਹ ਦੋ ਚੀਜ਼ਾਂ ਆਪਣੇ ਕੋਲੇ ਬਣ ਗਈਆਂ, ਇੱਕ ਬਣ ਗਿਆ ਐਕਸਟ੍ਰਿੰਸਿਕ, ਇੱਕ ਐਕਸਟ੍ਰਿੰਸਿਕ। ਐਕਸਟ੍ਰਿੰਸਿਕ ਸੈਮੀਕੰਡਕਟਰ ਅੱਗੇ ਆਪਣੇ ਕੋਲੇ ਦੋ ਟਾਈਪ ਦਾ ਬਣ ਗਿਆ, ਇੱਕ ਬਣ ਗਿਆ ਪੀ ਟਾਈਪ ਤੇ ਇੱਕ ਬਣ ਗਿਆ ਐਨ ਟਾਈਪ। ਇਹ ਕਿਵੇਂ ਬਣਦੇ ਆ ਇਹ ਤੁਹਾਨੂੰ ਦੱਸਾਂਗੇ ਅੱਗੇ। ਚਲੋ ਜੀ ਇਦੋਂ ਅੱਗੇ ਚੱਲਦੇ ਆ। ਹੁਣ ਸਭ ਤੋਂ ਪਹਿਲਾਂ ਤਾਂ ਡੋਪਿੰਗ ਕੀ ਹੁੰਦੀ ਹੈ, ਆਪਾਂ ਇਹ ਚੀਜ਼ ਆਪਾਂ ਦੇਖਾਂਗੇ। ठीक है, लो जी, तो let us first of all see now you see doping is of two types, one is pentavalent, another is trivalent। pentavalent ਤੇ trivalent ਇਹ ਦੋ ਤਰ੍ਹਾਂ ਦੀ ਆਪਣੀ ਡੋਪਿੰਗ ਹੁੰਦੀ ਹੈ। ਕਿਵੇਂ ਹੁੰਦੀ ਹੈ ਦੇਖੋ ਬੱਚੇ, ਆਪਣਾ ਜਿਹੜਾ ਪੀਰੀਓਡਿਕ ਟੇਬਲ ਹੈ ਨਾ ਕੈਮਿਸਟਰੀ ਦਾ, ਇਸ ਦੇ ਵਿੱਚ ਆਪਣੇ ਕੋਲ ਨਾ ਤਿੰਨ ਗਰੁੱਪ ਪੀਰੀਅਡਸ ਬਣੇ ਹੋਏ ਆ, ਤਿੰਨ ਪੀਰੀਅਡ। ਇੱਕ ਪੀਰੀਅਡ ਤਾਂ ਹੈਗਾ ਕਾਰਬਨ ਵਾਲਾ, ਕਾਰਬਨ 6 ਹੁੰਦੇ ਆ ਕਾਰਬਨ। ਇੱਕ ਹੈਗਾ ਆਪਣੇ ਕੋਲੇ ਸਿਲੀਕਨ ਦਾ, ਤੇ ਇੱਕ ਆ ਜਾਂਦਾ ਹੈ, ਨਹੀਂ ਮੇਰੇ ਹਿਸਾਬ ਨਾਲ ਬੋਰੋਨ ਆਉਂਦਾ ਹੈ। ਇਹ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਕਿਉਂਕਿ ਆਪਾਂ ਤਾਂ ਹੁਣ ਫਿਜ਼ਿਕਸ ਪੜਾਉਣ ਲੱਗ ਗਏ। ਵੇਟ ਅ ਮਿੰਟ, ਕੈਮਿਸਟਰੀ ਆਪਾਂ ਚ ਦੇਖੀਏ ਆਪਣੇ ਕੋਲੇ पीरियोडिक टेबल। लो जी हुण देखते हैं आप ओए होए आ देखो ਹੁਣ ਜਿਹੜਾ ਇਹ ਪੀਰੀਓਡਿਕ ਟੇਬਲ ਤੁਹਾਡੇ ਕੋਲੇ ਆ ਗਿਆ ਹੈ, ਇਸ ਦੇ ਵਿੱਚ ਆਪਾਂ ਦੇਖਾਂਗੇ ਵੀ ਇੱਕ ਤਾਂ ਆਪਣੇ ਕੋਲੇ ਆ ਗਿਆ ਆ ਵਾਲਾ ਬੋਰੋਨ, ਇੱਕ ਆ ਗਿਆ ਕਾਰਬਨ, ਇੱਕ ਆ ਗਿਆ ਆਪਣੇ ਕੋਲੇ ਨਾਈਟ੍ਰੋਜਨ। ਹੁਣ ਸਿਲੀਕਨ ਆਪਣੇ ਕੋਲ ਇੱਕ ਸੈਮੀਕੰਡਕਟਰ ਹੈ, ਇੱਕ ਜਰਮੇਨੀਅਮ ਸੈਮੀਕੰਡਕਟਰ ਹੈ। ਦੋਨੋਂ ਬਹੁਤ ਪਪੂਲਰ ਸੈਮੀਕੰਡਕਟਰਸ ਆਪਣੇ ਕੋਲੇ ਬਣ ਗਏ। ਤਾਂ ਆ ਤਾਂ ਦੋ ਆਪਣੇ ਕੋਲੇ ਆ ਗਏ, ਇੱਕ ਸਿਲੀਕਨ ਆ ਗਿਆ, ਇੱਕ ਆਪਣੇ ਕੋਲੇ ਜਰਮੇਨੀਅਮ ਆ ਗਿਆ। ਚਲੋ ਐਨੀਵੇਸ ਬਾਬਾ ਨਹੀਂ ਆਪਾਂ ਦੇਖ ਸਕਦੇ, ਠੀਕ ਹੈ। ਹੁਣ ਆ ਜਿਹੜੀ ਆਪਣੇ ਕੋਲੇ ਆ ਗਏ ਸਿਲੀਕਨ ਤੇ ਜਰਮੇਨੀਅਮ। ਹੁਣ ਸਿਲੀਕਨ ਦੇ ਐਟਮ ਤੇ ਜਰਮੇਨੀਅਮ ਦੇ ਐਟਮ ਨੂੰ ਆਪਾਂ ਰਿਪਲੇਸ ਕਰਨਾ ਹੈ, ਤਾਂ ਆਪਾਂ ਉਹਦੇ ਆਸੇ-ਪਾਸੇ ਵਾਲੇ ਐਟਮਸ ਦੇ ਨਾਲ ਰਿਪਲੇਸ ਕਰਦੇ ਹਾਂ। ਜੇ ਆਪਾਂ ਇਹ ਵਾਲੇ ਨਾਲ ਰਿਪਲੇਸ ਕਰੀਏ, ਜਿਵੇਂ ਕਿ ਮੰਨ ਲਓ ਫਾਸਫੋਰਸ, ਆਰਸਨਿਕ, ਟਿਨ, ਬਿਸਮਥ, ਇਹ ਤੁਸੀਂ ਯਾਦ ਰੱਖਣੇ ਆ ਪੁੱਤ। ਐਂਟੀਮਨੀ, ਇਹ ਬਿਸਮਥ, ਇਹ ਯਾਦ ਰੱਖਣਾ ਤੁਸੀਂ।
ਇਹ ਆਪਣੇ ਕੋਲੇ 4 ਨਾਲ ਜੇ ਆਪਾਂ ਕਰੀਏ ਤਾਂ ਇਹਨੂੰ ਆਪਾਂ ਕਹਿੰਦੇ ਆ ਪੈਂਟਾਵੈਲੈਂਟ ਡੋਪਿੰਗ। ਤੇ ਜੇ ਮੈਂ ਆਹ ਵਾਲੇ ਇਹਨੂੰ ਯੂਜ਼ ਕਰਾਂ, ਜਿਵੇਂ ਕਿ ਮੰਨ ਲਓ ਅਲੂਮੀਨੀਅਮ, ਬੋਰੋਨ, ਗੈਲੀਅਮ, ਇੰਡੀਅਮ, ਇੱਥੋਂ ਤੱਕ ਆਹ 4 ਯੂਜ਼ ਹੁੰਦੇ ਆ, ਇਹ ਚਾਰੋਂ ਤੁਹਾਨੂੰ ਯਾਦ ਹੋਣੇ ਚਾਹੀਦੇ ਆ। ਜੇ ਮੈਂ ਇਹਨੂੰ ਯੂਜ਼ ਕਰੂੰਗਾ ਤਾਂ ਇਹਨੂੰ ਆਪਾਂ ਕਹਿੰਦੇ ਆ ਟ੍ਰਾਈਵੇਲੈਂਟ ਡੋਪਿੰਗ। ਹੁਣ ਬੱਚੇ ਦੇਖੋ ਇੱਥੇ ਤੁਹਾਨੂੰ ਇੱਕ ਗੱਲ ਤਾਂ ਕਲੀਅਰ ਹੈ, ਜੇ ਤੁਸੀਂ ਕੈਮਿਸਟਰੀ ਦੇ ਵਿੱਚ ਇਲੈਕਟ੍ਰੋਨਿਕ ਕਨਫੀਗਰੇਸ਼ਨ 11ਵੀਂ ਦੇ ਵਿੱਚ ਥੋੜੀ ਜਿਹੀ ਵੀ ਵਧੀਆ ਤਰੀਕੇ 'ਚ ਪੜ੍ਹੀ ਹੈ ਤਾਂ ਵੀ ਕੈਨ ਫਾਈਂਡ ਨੰਬਰ ਆਫ ਵੈਲੈਂਸ ਇਲੈਕਟ੍ਰੋਨਸ ਹੇਅਰ। ਤੁਸੀਂ ਮੈਨੂੰ ਦੱਸੋ ਬੋਰੋਨ ਦੇ ਵੈਲੈਂਸ ਇਲੈਕਟ੍ਰੋਨਸ ਕਿੰਨੇ ਹੁੰਦੇ ਆ, ਕਾਰਬਨ ਵਾਲਿਆਂ ਦੇ ਵਿੱਚ ਕਿੰਨੇ ਹੁੰਦੇ ਆ ਤੇ ਨਾਈਟ੍ਰੋਜਨ 'ਚ ਕਿੰਨੇ ਹੁੰਦੇ ਆ। ਜੇ ਤੁਸੀਂ ਸੋਚੋਗੇ ਤੁਹਾਨੂੰ ਪਤਾ ਲੱਗੇਗਾ ਕਾਰਬਨ ਦੇ ਵਿੱਚ, ਜੇ ਮੈਂ ਗੱਲ ਕਰਾਂ ਆਹ ਵਾਲੇ ਦੇ ਵਿੱਚ ਆਪਣੇ ਕੋਲੇ 4 ਵੈਲੈਂਸ ਇਲੈਕਟ੍ਰੋਨਸ ਹੋਣਗੇ, 4 ਵੈਲੈਂਸ ਇਲੈਕਟ੍ਰੋਨ। ਜੇ ਮੈਂ ਗੱਲ ਕਰੂੰਗਾ ਬੋਰਨ ਵਾਲੇ ਦੀ ਤਾਂ ਉਹਦੇ ਵਿੱਚ ਆਪਾਂ ਨੂੰ ਮਿਲਣਗੇ 3 ਵੈਲੈਂਸ ਇਲੈਕਟ੍ਰੋਨ। ਤੇ ਜੇ ਮੈਂ ਗੱਲ ਕਰਾਂ ਨਾਈਟ੍ਰੋਜਨ ਵਾਲੇ ਦੀ, ਇਹਦੇ ਵਿੱਚ ਆਪਾਂ ਨੂੰ ਮਿਲਣਗੇ 5 ਵੈਲੈਂਸ ਇਲੈਕਟ੍ਰੋਨ। ਇਹ ਗੱਲ ਕਲੀਅਰ ਹੈ ਬੱਚੇ? ਦੇਖੋ ਤੁਹਾਨੂੰ ਦੁਬਾਰਾ ਦੱਸੀਏ, ਇੱਕ ਵਾਰ ਤੁਸੀਂ ਦੁਬਾਰਾ ਸੁਣ ਲਓ ਇਹ। हाँ बेटा गल क्लीयर है? हाँ जी, हाँ जी। चलो एक बार दोबारा देख लेने। देखो आ अपने को जो बोरोन है ये है, ਇਹਦਾ वैलेंस इलैक्ट्रॉन ने 3, ਇਹਦੇ वैलेंस इलैक्ट्रॉन है 4 ਤੇ ਇਹਦੇ वैलेंस इलैक्ट्रॉन है 5। ਇਹਨਾਂ ਨੂੰ ਕਹਿੰਦੇ ਆ ਟ੍ਰਾਈਵੇਲੈਂਟ ਵੀ 3 ਨੇ, ਇਹਨੂੰ ਕਹਿੰਦੇ ਟੈਟਰਾਵੇਲੈਂਟ ਤੇ ਇਹਨੂੰ ਆਪਾਂ ਕਹਾਂਗੇ ਪੈਂਟਾਵੇਲੈਂਟ। ਇਹ ਮੈਂ ਤੁਹਾਨੂੰ ਅੱਗੇ ਦੱਸ ਦਿੰਦਾ। ਚਲੋ ਜੀ ਹੁਣ ਇਹ ਗੱਲ ਆਪਾਂ ਨੂੰ ਪੀਰੀਓਡਿਕ ਟੇਬਲ ਦੇ ਵਿੱਚੋਂ ਦੀ ਕਲੀਅਰ ਹੋ ਗਈ ਹੈ, ਠੀਕ ਹੈ। ਹੁਣ ਦੇਖੋ ਹੁਣ ਇਸ ਦੇ ਵਿੱਚ ਆਪਣੇ ਕੋਲੇ ਆਪਾਂ ਦੇਖਣ ਲੱਗੇ ਆ ਪੈਂਟਾਵੇਲੈਂਟ ਡੋਪਿੰਗ। ਸਭ ਤੋਂ ਪਹਿਲਾਂ ਸਿਲੀਕਨ ਆਪਣੇ ਕੋਲੇ ਲੱਗਿਆ ਹੋਇਆ। ਦੇਖੋ ਆਹ ਵਾਲਾ ਮੇਰੇ ਕੋਲੇ ਮਟੀਰੀਅਲ ਬਣ ਗਿਆ ਸਿਲੀਕਨ ਦਾ, ਸਿਲੀਕਨ ਆਏ ਕਰਕੇ ਆਪਣੇ ਕੋਲੇ ਬਣ ਗਿਆ। ਆਪਾਂ ਕੀ ਕੀਤਾ ਇਹਦੇ ਵਿੱਚੋਂ ਦੀ, ਇੱਥੇ ਦੇਖੋ ਧਿਆਨ ਨਾਲ, ਫਾਸਫੋਰਸ ਲੱਗਿਆ ਹੋਇਆ। ਇਹ ਕਿਵੇਂ ਲੱਗ ਗਿਆ? ਆਪਾਂ ਕੀ ਕੀਤਾ, ਇੱਕ ਸਿਲੀਕਨ ਦਾ ਐਟਮ ਇੱਥੋਂ ਦੀ ਜਿਹੜਾ ਸੀਗਾ ਉਹ ਮੈਂ ਬਾਹਰ ਕੱਢ ਲਿਆ ਤੇ ਇੱਥੇ ਮੈंने ਐਡ ਕਰਤਾ, ਕੀ ਐਡ ਕਰਤਾ? ਫਾਸਫੋਰਸ। ਸਿਲੀਕਨ ਦੇ ਐਟਮ ਨੂੰ ਮੈंने ਕੀ ਕੀਤਾ, ਬਾਹਰ ਕੱਢ ਲਿਆ ਤੇ ਉਹਦੀ ਜਗ੍ਹਾ ਫਾਸਫੋਰਸ ਪਾਤਾ। ਲੇਕਿਨ ਹੁਣ ਮੈਨੂੰ ਇਹ ਪਤਾ ਹੈ ਕਿ ਸਿਲੀਕਨ ਦੇ ਵੈਲੈਂਸ ਇਲੈਕਟ੍ਰੋਨ ਤਾਂ 4 ਹੀ ਨੇ ਲੇਕਿਨ ਫਾਸਫੋਰਸ ਦੇ 5 ਨੇ। ਤਾਂ ਹੁਣ ਕੀ ਕੀਤਾ ਜਾਵੇ? ਹੁਣ ਇਹਦਾ ਕੀ ਅਰਥ ਹੋਇਆ, ਇਹਦਾ ਕੀ ਮਤਲਬ ਹੋਇਆ, ਆਪਾਂ ਇਹ ਦੇਖਦੇ ਹਾਂ। ਹੁਣ ਦੇਖੋ ਹੁਣ ਮੈਂ ਜਦੋਂ ਸਿਲੀਕਨ ਦੀ ਜੇ ਮੈਂ ਗੱਲ ਕਰਾਂ ਤਾਂ ਸਿਲੀਕਨ ਦੇ 4 ਵੈਲੈਂਸ ਇਲੈਕਟ੍ਰੋਨ ਦੀ ਆਪਣੇ ਕੋਲੇ ਗੱਲ ਸੀਗੀ, ਲੇਕਿਨ ਫਾਸਫੋਰਸ ਦੇ ਕੋਲੇ ਹੈਗੇ ਆ 5। ਸੋ ਨਾਓ ਫਾਸਫੋਰਸ ਨੇ ਇੱਕ ਆ ਦਿੱਤਾ, ਇੱਕ ਆ ਦਿੱਤਾ, ਇੱਕ ਆ ਦਿੱਤਾ, ਇੱਕ ਆ ਦਿੱਤਾ, 4 ਤਾਂ ਇਹ ਹੋ ਗਏ। ਇੱਕ ਜਿਹੜਾ 5ਵਾਂ ਇਲੈਕਟ੍ਰੋਨ ਸੀਗਾ ਇਹਦੇ ਕੋਲੇ ਐਕਸਟਰਾ ਸੀ, ਇਹ 5ਵੇਂ ਇਲੈਕਟ੍ਰੋਨ ਨੇ ਕੀ ਕੀਤਾ, ਬੜੇ ਪਿਆਰ ਨਾਲ ਛਾਲ ਮਾਰੀ ਤੇ ਉੱਪਰ ਚਲਾ ਗਿਆ ਤੇ ਆਪਣੇ ਕੋਲੇ ਇੱਥੇ ਚਲਾ ਗਿਆ। ਤਾਂ ਇੱਥੇ ਆਪਣੇ ਕੋਲੇ ਇੱਕ ਫ੍ਰੀ ਇਲੈਕਟ੍ਰੋਨ ਆਪਣੇ ਕੋਲੇ ਐਕਸਟਰਾ ਹੋ ਗਿਆ। ਤੁਸੀਂ ਇਹ ਦੇਖ ਸਕਦੇ ਹੋ ਕਿ ਫ੍ਰੀ ਇਲੈਕਟ੍ਰੋਨ ਤਾਂ ਮਿਲ ਗਿਆ, ਕੋਈ ਵੀ ਹੋਲ ਜਨਰੇਟ ਨਹੀਂ ਹੋਇਆ। ਹੋਲ ਜਨਰੇਟ ਨਹੀਂ ਹੋਇਆ ਤੇ ਇਲੈਕਟ੍ਰੋਨ ਆਪਣੇ ਕੋਲੇ ਬਣ ਗਿਆ ਹੈ। ਚਲੋ ਓਨਲੀ 10 ਮਿੰਟਸ ਆਰ ਰਿਮੇਨਿੰਗ, ਠੀਕ ਹੈ। ਤੇ ਆਪਣੇ ਕੋਲੇ ਹੋਲ ਨਹੀਂ ਬਣਿਆ ਲੇਕਿਨ ਇਲੈਕਟ੍ਰੋਨ ਆ ਗਿਆ। ਹੁਣ ਆਪਾਂ ਇਹਦੇ ਵਿੱਚ ਦੇਖਦੇ ਹਾਂ, ਜਦੋਂ ਮੈਂ ਇਹਨੂੰ ਗਰਮ ਕੀਤਾ, ਜਦੋਂ ਮੈਂ ਥੋੜਾ ਜਿਹਾ ਗਰਮ ਕੀਤਾ ਉਸ ਵੇਲੇ ਮੇਰੇ ਕੋਲੇ ਸਿਲੀਕਨ ਦਾ ਇੱਕ ਇਲੈਕਟ੍ਰੋਨ ਜੰਪ ਕਰਕੇ ਉੱਪਰ ਚਲਾ ਗਿਆ, ਇੱਕ ਇੱਥੋਂ ਇਲੈਕਟ੍ਰੋਨ ਜੰਪ ਕਰਕੇ ਉੱਪਰ ਚਲਾ ਗਿਆ, 2 ਇਲੈਕਟ੍ਰੋਨ ਇਹ ਆ ਗਏ ਤਾਂ ਆਪਣੇ ਕੋਲ ਇੱਥੇ 2 ਨੰਬਰ ਆਫ ਹੋਲਸ ਵੀ ਬਣ ਗਏ। ਤਾਂ ਨੰਬਰ ਆਫ ਹੋਲ ਤਾਂ ਆਪਣੇ ਕੋਲੇ 2 ਹੀ ਬਣੇ ਲੇਕਿਨ ਆਪਣੇ ਕੋਲੇ ਫ੍ਰੀ ਇਲੈਕਟ੍ਰੋਨ ਕਿੰਨੇ ਹੋ ਗਏ? 3 ਹੋ ਗਏ। ਨੰਬਰ ਆਫ ਫ੍ਰੀ ਇਲੈਕਟ੍ਰੋਨ 3, ਨੰਬਰ ਆਫ ਹੋਲਸ 2, मतलब अपने को नंबर ऑफ फ्री इलेक्ट्रॉन इज ग्रेटर देन नंबर ऑफ। बच्चों ये गल क्लियर होगी? चलो ਹੁਣ ਇੱਥੇ ਦੇਖੋ ਆਹ ਜਿਹੜੀ ਚੀਜ਼ ਮੈਂ ਬਣਾਈ ਹੈ ਡਾਇਗਰਾਮ, ਇਹ ਮੈਂ ਪਹਿਲਾਂ नो डोपिंग है इंट्रिंसिक सेमीकंडक्टर मैंने ड्रॉ किया। इंट्रिंसिक सेमीकंडक्टर मैंने किसी टी टेंपरेचर ਤੇ ड्रॉ ਕੀਤਾ, ਗਰਮ ਹੋਇਆ ਹੋਇਆ ਹੈ, ਆਲਰੇਡੀ ਗਰਮ ਹੈ। ਆਲਰੇਡੀ ਗਰਮ ਹੋਣ ਦੇ ਕਾਰਨ ਇੱਥੋਂ ਦੀ ਕੁਝ ਇਲੈਕਟ੍ਰੋਨ ਉੱਪਰ ਜਾ ਚੁੱਕੇ ਆ। ਆਪਾਂ ਇੱਥੇ ਕਹਿ ਦਾਂਗੇ ਕਿ ਨੰਬਰ ਆਫ ਇਲੈਕਟ੍ਰੋਨ ਇਜ਼ ਇਕੁਅਲ ਟੂ ਨੰਬਰ ਆਫ ਹੋਲਸ। ਲੇਕਿਨ ਜਦੋਂ ਮੈਂ ਇੱਥੇ ਪੈਂਟਾਵੇਲੈਂਟ ਡੋਪਿੰਗ ਕਰਤੀ, ਸਿਲੀਕਨ ਵਾਸ ਰਿਪਲੇਸਡ ਬਾय ਫਾਸਫੋਰਸ, 1 ਇਲੈਕਟ੍ਰੋਨ, ਇਹ ਕਿੱਥੋਂ ਆਈ ਜਾਂਦਾ ਹੈ,
ठीक है ना। नाउ सिलिकॉन, phosphorus पाता, silicon was replaced by phosphorus, 1 electron is extra, ठीक है, which could not be adjusted in lattice। ਹੁਣ ਇਹ ਵਿਚਾਰੇ ਇਲੈਕਟ੍ਰੋਨ ਨੂੰ ਜਗ੍ਹਾ ਨਹੀਂ ਮਿਲੀ, ਇਹ ਉੱਪਰ ਚਲਾ ਗਿਆ ਕਿਉਂਕਿ ਇਹਦੇ ਕੋਲੇ ਰਹਿਣ ਨੂੰ ਜਗ੍ਹਾ ਨਹੀਂ ਸੀ, ਇਹ ਉੱਪਰ ਚਲਾ ਗਿਆ ਛੱਤ ਤੇ, ਇਹ ਉੱਪਰ ਗਿਆ ਤੇ ਆਪਣੇ ਕੋਲੇ ਇੱਥੇ ਇਲੈਕਟ੍ਰੋਨਿਕ ਐਕਸਟਰਾ ਆ ਗਿਆ। ਸੋ ਨਾਓ ਵੀ ਆਰ ਹੈਵਿੰਗ ਮੋਰ ਨੰਬਰ ਆਫ ਇਲੈਕਟ੍ਰੋਨਸ ਦੈਨ ਮੋਰ ਨੰਬਰ ਆਫ ਹੋਲ। ਸੋ ਇਨ ਸੱਚ ਅ ਵੇ ਜੇ ਆਪਾਂ ਕੁਝ ਕਰੀਏ ਤਾਂ ਇਸ ਨੂੰ ਆਪਾਂ ਕਹਿੰਦੇ ਆ ਪੈਂਟਾਵੈਲੈਂਟ ਡੋਪਿੰਗ, ਤੇ ਆਪਣੇ ਕੋਲੇ ਬੰਦਾ ਕੀ ਹੈ, ਐਨ ਟਾਈਪ ਸੈਮੀਕੰਡਕਟਰ। ਤਾਂ ਡੋਪਿੰਗ ਇਜ਼ ਆਫ ਟੂ ਟਾਈਪਸ। ਆਪਣੇ ਕੋਲੇ ਦੇਖੋ ਮੈਂ ਹੁਣ ਤੁਹਾਨੂੰ ਇਹ ਗੱਲ ਦੱਸਤੀ ਕਿ ਸਭ ਤੋਂ ਪਹਿਲਾਂ ਤਾਂ ਇੰਟਰਿੰਸਿਕ ਸੈਮੀਕੰਡਕਟਰ ਹੁੰਦਾ ਹੈ, ਇਹਦੇ ਵਿੱਚ ਜੇ ਤੁਸੀਂ ਡੋਪਿੰਗ ਕਰੋਗੇ ਤਾਂ ਤੁਹਾਡੇ ਕੋਲੇ ਐਕਸਟ੍ਰਿੰਸਿਕ ਸੈਮੀਕੰਡਕਟਰ ਬਣ ਜਾਏਗਾ। ਐਕਸਟ੍ਰਿੰਸਿਕ ਸੈਮੀਕੰਡਕਟਰ ਇਜ਼ ਆਫ ਟੂ ਟਾਈਪ, ਇੱਕ ਨੂੰ ਆਪਾਂ ਕਹਿੰਦੇ ਆ ਐਨ ਟਾਈਪ ਤੇ ਇੱਕ ਨੂੰ ਕਹਾਂਗੇ ਪੀ ਟਾਈਪ। ਜੇ ਮੈਂ ਪੈਂਟਾਵੈਲੈਂਟ ਡੋਪਿੰਗ ਯੂਜ਼ ਕੀਤੀ, ਜਿਹੜੀ ਕਿ ਮੈਂ ਇੱਥੇ ਕਹਿ ਰਿਹਾ ਪੈਂਟਾਵੈਲੈਂਟ, ਆ ਪੈਂਟਾਵੈਲੈਂਟ ਡੋਪੈਂਟ ਆਰਸਨਿਕ, ਐਂਟੀਮਨੀ ਤੇ ਫਾਸਫੋਰਸ, ਕਿਹੜੇ ਕਿਹੜੇ, ਆਰਸਨਿਕ, ਐਂਟੀਮਨੀ ਜਾਂ ਫਾਸਫੋਰਸ, ਜੇ ਮੈਂ ਆ ਤਿੰਨੋਂ ਯੂਜ਼ ਕੀਤੇ, ਠੀਕ ਹੈ ਨਾ, ਤਾਂ ਮੈਂ ਪੈਂਟਾਵੈਲੈਂਟ ਡੋਪਿੰਗ ਕਰਵਾਤੀ ਤੇ ਪੈਂਟਾਵੈਲੈਂਟ ਡੋਪਿੰਗ ਚੋਂ ਕੀ ਬਣੂਗਾ, ਐਨ ਟਾਈਪ। ਸੋ ਦਿਸ ਇਜ਼ ਐਨ ਟਾਈਪ ਸੈਮੀਕੰਡਕਟਰ। ਦੇਖ ਸਕਦੇ ਆਈ ਆਪਣੇ ਕੋਲੇ ਪੀ ਟਾਈਪ ਸੈਮੀਕੰਡਕਟਰ ਵੀ ਬਣਦਾ ਹੈ। ਹੁਣ ਉਹ ਕਿਵੇਂ ਬਣਦਾ ਆਪਾਂ ਇਹ ਦੇਖਦੇ ਹਾਂ। ਸੇਮ ਹੀ ਚੀਜ਼ ਹੈ ਆਲਮੋਸਟ। ਇਹਦੇ ਵਿੱਚ ਆਪਾਂ ਟ੍ਰਾਈਵੈਲੈਂਟ ਡੋਪਿੰਗ ਕਰਾਂਗੇ। ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਇਹਦੇ ਐਗਜ਼ਾਮਪਲ ਕਿਹੜੇ ਕਿਹੜੇ ਨੇ, ਬੋਰੋਨ ਹੈ, ਔਰ ਕਿਹੜਾ ਕਿਹੜਾ ਐਗਜ਼ਾਮਪਲ ਸੀਗਾ, ਬੋਰੋਨ, ਅਲੂਮੀਨੀਅਮ, ਠੀਕ ਹੈ, ਤੇ ਇੰਡੀਅਮ, बोरोन, एल्यूमिनियम एंड इंडियम। इंडियम ठीक है, इन्हां दी जे मैं डोपिंग करदा, डोपिंग मतलब हुण तुसीं इत्थे देखो, मैंने इत्थों दी सिलिकॉन बाहर कढ लिया ते इहदी जगह ते बोरोन फिट करता। जे मैं ऐ कीता तो नाउ व्हाट विल हैपन, हुण बोरोन ट्राईवैलेंट है, मतलब ਇਹਦਾ ਵੈਲੈਂਸ ਇਲੈਕਟ੍ਰੋਨ ਕਿੰਨੇ ਹੈ, ਨੰਬਰ ਆਫ ਵੈਲੈਂਸ ਇਲੈਕਟ੍ਰੋਨ ਇਹ ਹੈਗਾ 3, ਤੇ ਸਿਲੀਕਨ ਦੇ ਵਿੱਚ ਨੰਬਰ ਆਫ ਵੈਲੈਂਸ ਇਲੈਕਟ੍ਰੋਨ ਸੀਗੇ 4। ਇਹਦਾ ਮਤਲਬ ਜਗ੍ਹਾ ਤਾਂ 4 ਦੀ ਸੀਗੀ, ਲੇਕਿਨ ਆਪਣੇ ਕੋਲੇ ਕਮਰਿਆਂ ਵਿੱਚ ਰਹਿਣ ਵਾਸਤੇ ਸਿਰਫ 3 ਹੀ ਸੀ ਬੰਦੇ। ਇਹਦਾ ਮਤਲਬ ਇਹ ਹੋਇਆ ਵੀ ਇੱਕ ਜਗ੍ਹਾ ਰਹਿ ਗਈ ਖਾਲੀ। ਇੱਥੇ ਆਪਣੇ ਕੋਲੇ ਹੋਲ ਬਣ ਗਿਆ, ਤੁਸੀਂ ਦੇਖ ਸਕਦੇ ਹੋ ਆਪਣੇ ਕੋਲੇ ਹੋਲ ਬਣ ਗਿਆ। ਜਦੋਂ ਮੈਂ ਇਹਨੂੰ ਹੀਟ ਅਪ ਕੀਤਾ ਤਾਂ 2 ਇਲੈਕਟ੍ਰੋਨ ਜੰਪ ਕਰ ਗਏ ਜੀ, ਇੱਕ ਆ ਜੰਪ ਕਰ ਗਿਆ, ਇੱਕ ਆ ਜੰਪ ਕਰ ਗਿਆ, ਹੀਟ ਅਪ ਕੀਤਾ ਸੀ ਤਾਂ 2 ਹੋਲ ਜਨਰੇਟ ਹੋ ਗਏ, 2 ਇਲੈਕਟ੍ਰੋਨ ਬਣ ਗਏ, ਤੇ ਆਪਣੇ ਕੋਲੇ ਇੱਥੇ ਕੀ ਹੋ ਗਿਆ, ਇੱਕ ਹੋਲ ਆਪਾਂ ਨੂੰ ਇੱਕ ਐਕਸਟਰਾ ਮਿਲ ਗਿਆ, ਤੀਜਾ ਹੋਲ ਆਪਾਂ ਨੂੰ ਐਕਸਟਰਾ ਮਿਲ ਗਿਆ। ਹੁਣ ਮੈਂ ਇਹਦੇ ਚ ਕਹਿ ਸਕਦਾ ਕਿ ਨੰਬਰ ਆਫ ਹੋਲਸ ਮੇਰੇ ਕੋਲ ਜੀ 3 ਹੈ ਤੇ ਨੰਬਰ ਆਫ ਇਲੈਕਟ੍ਰੋਨ ਮੇਰੇ ਕੋਲ 2 ਹੈ। ਇਹਦਾ ਮਤਲਬ ਨੰਬਰ ਆਫ ਇਲੈਕਟ੍ਰੋਨਸ ਆਰ ਨਾਓ ਲੈਸਰ ਦੈਨ ਦਿਸ। ਜਦੋਂ ਮੈਂ ਡੋਪਿੰਗ ਨਹੀਂ ਕੀਤੀ ਸੀ, ਆਹ ਵਾਲਾ ਜੇ ਮੈਂ ਕੇਸ ਦੇਖਾਂ, ਨੋ ਡੋਪਿੰਗ ਵਾਲਾ ਕੇਸ, ਉਦੋਂ ਮੇਰੇ ਕੋਲੇ ਨੰਬਰ ਆਫ ਇਲੈਕਟ੍ਰੋਨ ਵਾਸ ਇਕੁਅਲ ਟੂ ਨੰਬਰ ਆਫ ਹੋਲ। ਬਟ ਹੁਣ ਮੇਰੇ ਕੋਲ ਕੀ ਹੋ ਗਿਆ, ਨੰਬਰ ਆਫ ਇਲੈਕਟ੍ਰੋਨਸ ਆਰ ਲੈਸ ਐਂਡ ਨੰਬਰ ਆਫ ਹੋਲਸ ਇਜ਼ ਮੋਰ। ਤਾਂ ਜੇ ਮੇਰੇ ਕੋਲੇ ਨੰਬਰ ਆਫ ਹੋਲ ਜ਼ਿਆਦਾ ਨੇ ਤਾਂ ਉਹਨੂੰ ਮੈਂ ਕੀ ਨਾਮ ਦਿੱਤਾ, ਪੀ ਟਾਈਪ ਸੈਮੀਕੰਡਕਟਰ। ਉਹਨੂੰ ਮੈਂ ਨਾਮ ਦਿੱਤਾ ਪੀ ਟਾਈਪ ਸੈਮੀਕੰਡਕਟਰ। ਆ ਬਣ ਗਿਆ ਪੀ ਟਾਈਪ ਸੈਮੀਕੰਡਕਟਰ ਆਪਣੇ ਕੋਲ। ਬੇਸਿਕਲੀ ਦ ਥਿੰਗ ਇਜ਼ ਪੀ ਟਾਈਪ ਸੈਮੀਕੰਡਕਟਰ ਆਪਣੇ ਕੋਲ ਹੋਲ ਐਕਸਟਰਾ ਹੋ ਗਿਆ। ਮਤਲਬ ਜੇ ਮੈਂ ਇਹਦਾ એનર્ਜੀ ਬੈਂਡ ਡਾਇਗਰਾਮ ਬਣਾਵਾਂ ਤਾਂ ਐ ਬਣੂਗਾ ਵੀ 2 ਤਾਂ ਇਲੈਕਟ੍ਰੋਨ ਚਲੇ ਗਏ ਉੱਪਰ, ਇੱਥੇ ਬਣ ਗਏ 2 ਹੋਲ, ਲੇਕਿਨ ਇਹਦੇ ਕੋਲੇ ਇੱਕ ਹੋਲ ਐਕਸਟਰਾ ਪਿਆ ਸੀ। ਸੋ ਨਾਓ देयर आर 3 ਹੋਲਸ ਐਂਡ ਨੰਬਰ ਆਫ ਇਲੈਕਟ੍ਰੋਨ देयर आर ਓਨਲੀ 2। ਇਹ ਹੈ ਗੱਲ, ਤੇ ਇਹਨੂੰ ਆਪਾਂ ਕਹਾਂਗੇ, ਹੁਣ ਇੱਥੇ ਜਿਹੜਾ ਹੋਲ ਹੈ ਨਾ ਉਹਨੂੰ ਆਪਾਂ ਪੋਜ਼ਿਟਿਵਲੀ ਚਾਰਜ ਮੰਨਾਂਗੇ, ਤਾਂ ਜਿਹਦੇ ਕਰਕੇ ਇਹਨੂੰ ਆਪਾਂ ਕਹਿੰਦੇ ਆ ਪੀ ਟਾਈਪ। ਤੇ ਜਿਹੜਾ ਆਪਣੇ ਕੋਲੇ ਦੂਸਰਾ ਹੈ ਉਹਨੂੰ ਆਪਾਂ ਕਹਾਂਗੇ ਐਨ ਟਾਈਪ, ਕਿਉਂਕਿ ਉਹਦੇ ਵਿੱਚ ਨੰਬਰ ਆਫ ਇਲੈਕਟ੍ਰੋਨਸ ਆਰ ਮੋਰ ਦੈਨ ਨੰਬਰ ਆਫ ਹੋਲ, ਤਾਂ ਉਹਨੂੰ ਆਪਾਂ ਕਹਾਂਗੇ ਐਨ ਟਾਈਪ ਸੈਮੀਕੰਡਕਟਰ। ਐਨ ਟਾਈਪ ਸੈਮੀਕੰਡਕਟਰ ਦੀ ਵੀ ਜੇ ਮੈਂ ਫੋਟੋ ਬਣਾਵਾਂ ਤਾਂ ਇਸ ਤਰ੍ਹਾਂ ਬਣ ਜਾਏਗੀ। ਇੱਥੋਂ ਦੀ ਇਲੈਕਟ੍ਰੋਨ ਗਿਆ ਉੱਪਰ, ਇੱਕ ਇੱਥੋਂ ਦੀ ਗਿਆ ਉੱਪਰ,
ਤਾਂ ਨੀਚੇ ਰਹਿ ਗਏ 2 ਹੋਲ, ਲੇਕਿਨ ਆਪਣੇ ਕੋਲ ਇੱਥੇ 1 ਹੋਲ ਜਾਂ 2 ਇਲੈਕਟ੍ਰੋਨ ਆਪਣੇ ਕੋਲੇ ਐਕਸਟਰਾ ਆ ਗਏ। ਹੁਣ ਆ ਜਿਹੜੇ ਇਲੈਕਟ੍ਰੋਨ ਹੈ ਇਹ ਐਕਸਟਰਾ ਇਲੈਕਟ੍ਰੋਨ ਹੈ ਜਿਨ੍ਹਾਂ ਨੂੰ ਸਿਲੀਕਨ ਨੇ ਨਹੀਂ ਦਿੱਤਾ। ਇਹ ਰੱਬ ਦੀ ਤਰਫੋਂ ਹੋਣੇ ਨਹੀਂ ਚਾਹੀਦੇ ਸੀ, ਇਹ ਬੰਦੇ ਦੀ ਕਰਤੂਤ ਹੈ ਜਿਹਨੇ ਇਲੈਕਟ੍ਰੋਨ ਇੱਥੇ ਪਾਤੇ। ਹੁਣ ਇਹਦੇ ਕਰਕੇ ਤੁਸੀਂ ਦੇਖੋ ਕਿ ਇਹਦੇ ਕੋਲੇ ਘੁੰਮਣ ਫਿਰਨ ਵਾਸਤੇ ਜ਼ਿਆਦਾ ਜਗ੍ਹਾ ਹੋਗੀ, ਇਹਦੇ ਕੋਲੇ ਹੋਲਸ ਹੋ ਗਏ ਜ਼ਿਆਦਾ, ਜਿਹਦੇ ਕਰਕੇ ਇਹ ਹੋਲਸ ਨਾਲੇ ਉਲਟਾ ਜਾ ਸਕਦਾ, ਇਹ ਇੱਧਰ ਜਾਂਦੀ ਹੈ। ਦੋਨੋਂ ਨਹਿਰਾਂ ਉਲਟੀਆਂ ਜਾਂਦੀਆਂ ਨੇ, ਇਲੈਕਟ੍ਰੋਨ ਦੀ ਨਹਿਰ ਜੇ ਇੱਧਰ ਜਾਂਦੀ ਹੈ ਤਾਂ ਹੋਲ ਦੀ ਨਹਿਰ ਇੱਧਰ ਜਾਂਦੀ ਹੈ, ਦੋਨੋਂ ਨਹਿਰਾਂ ਆਪਣੇ ਕੋਲੇ ਉਲਟੀਆਂ ਜਾਣੀਆਂ ਹੈ। ਇੱਕ ਨਹਿਰ ਇੱਧਰ ਜਾਊਗੀ, ਦੂਜੀ ਨਹਿਰ ਇੱਧਰ ਜਾਊਗੀ। ਬੱਚੋ ਗੱਲ ਕਲੀਅਰ ਹੋ ਗਈ? ਹਾਂਜੀ ਸਰ। ਲਓ ਜੀ ਬੇਟਾ ਜੀ, ਤਾਂ ਫਿਰ ਆ ਆਪਣੇ ਕੋਲੇ ਅੱਜ ਦਾ ਲੈਕਚਰ ਹੈ, ਇਹ ਹੋ ਗਏ ਆਪਣੇ ਕੋਲੇ ਜਿਹੜੇ ਆ ਹੈ, ਠੀਕ ਹੈ ਨਾ। ਹੁਣ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਲਾਈਕ ਹੁਣੇ ਤਾਂ ਚਲੋ 2 ਹੀ ਮਿੰਟ ਬਚੇ ਹੈ ਤਾਂ ਵੀਡੀਓ ਤਾਂ ਨਹੀਂ ਮੈਂ ਦਿਖਾ ਪਾਊਂਗਾ ਤੁਹਾਨੂੰ। ਲੈਟ ਅਸ ਟਰਾਈ, ਆਪਾਂ ਤੁਹਾਨੂੰ ਹੁਣ ਇੱਕ ਵੀਡੀਓ ਦਿਖਾਉਂਦੇ ਆ, ਠੀਕ ਹੈ, YouTube ਤੇ ਜੇ ਟਾਈਮ ਨੇ ਆਪਾਂ ਨੂੰ ਅਲਾਉ ਕੀਤਾ ਤਾਂ ਦੇਖੀ ਜਾਊਗੀ, ਅਦਰਵਾਈਜ਼ ਆਪਣੀ ਹੋ ਸਕਦਾ ਹੈ ਕਿ ਵੀ ਆਪਾਂ ਨਾ ਦੇਖ ਸਕੀਏ। ਚਲੋ ਟਰਾਈ ਕਰ ਲੈਂਦੇ ਆ, ਆਪਾਂ ਫਟਾਫਟ ਕੱਢਣ ਦੀ ਕੋਸ਼ਿਸ਼ ਕਰਾਂਗੇ। ਹੋਇਆ ਕੀ ਚੱਲ ਪਿਆ? ਹੁਣ ਆ ਦੇਖੋ, ਇਹ ਸਿਲੀਕਨ ਤੇ ਮੈਂ ਲੈ ਗਿਆ ਤੁਹਾਨੂੰ ਡਾਇਰੈਕਟ। ਹੁਣ ਆ ਸਿਲੀਕਨ ਹੈਗਾ ਜਿਹਦੇ ਕੋਲੇ 4 ਇਲੈਕਟ੍ਰੋਨ ਨੇ, ਇਹ ਸਿਲੀਕਨ ਦਾ ਸਟਰਕਚਰ ਹੈ ਪੁੱਤ। ਇਹਦੇ ਕੋਲੇ 4 ਇਲੈਕਟ੍ਰੋਨ, ਇਹਨੇ ਐਂ ਬਣਾਦਾ, ਇੱਕ ਬੰਦੇ ਵਾਂਗੂ ਸੋਚ ਲਓ, ਉਸਨੂੰ ਇਮੇਜਿਨ ਕਰ ਲਓ ਵੀ ਐਂ ਕਰਕੇ ਮੇਰੇ ਹੱਥ 'ਚ ਇਲੈਕਟ੍ਰੋਨ ਨੇ, ਸਿਰਫ ਇਹਦਾ ਰਿਪਰੈਜ਼ੈਂਟੇਸ਼ਨ ਹੈ ਤੁਹਾਨੂੰ ਦਿਖਾਉਣ ਵਾਸਤੇ, ਸਮਝਾਉਣ ਵਾਸਤੇ। ਤਾਂ ਜਦੋਂ ਇਹ ਸਿਲੀਕਨ ਦਾ ਮਟੀਰੀਅਲ ਬਣ ਗਿਆ ਤਾਂ ਇਸ ਤਰ੍ਹਾਂ ਦਾ ਇਹ ਸਿਲੀਕਨ ਦਾ ਮਟੀਰੀਅਲ ਆਪਣੇ ਕੋਲੇ ਬਣ ਗਿਆ। ਹੁਣ ਇਹਦੇ ਵਿੱਚ ਕੀ ਹੈ ਦੇਖੋ, ਇਹ ਕੀ ਬਣ ਗਿਆ ਆਪਣੇ ਕੋਲੇ, ਇਹ ਸਿਲੀਕਨ ਹੈ। ਸਿਲੀਕਨ ਦੇ ਐਟਮ ਦੇ ਕੋਲੇ 4 ਆਪਣੇ ਕੋਲੇ ਵੈਲੈਂਸ ਇਲੈਕਟ੍ਰੋਨ ਨੇ, 1 2 3 4, ਇਹਨੇ ਚਾਰੋਂ ਦੇ ਚਾਰੋਂ ਇੱਥੇ ਬਣਾਏ ਹੋਏ ਆ, ਦੇਖੋ ਆ ਵੈਲੈਂਸ ਬੈਂਡ ਤੇ ਆ ਕੰਡਕਸ਼ਨ ਬੈਂਡ। ਵੈਲੈਂਸ ਬੈਂਡ ਦੇ ਵਿੱਚ ਆਪਣੇ ਕੋਲੇ ਚਾਰੋਂ ਇਲੈਕਟ੍ਰੋਨ ਨੇ, ਬਟ ਕੰਡਕਸ਼ਨ ਬੈਂਡ ਦੇ ਵਿੱਚ ਕੋਈ ਵੀ ਇਲੈਕਟ੍ਰੋਨ ਨਹੀਂ ਹੈ। ਹੁਣ ਦੇਖੋ ਵੀ ਅੱਗੇ ਕੀ ਹੁੰਦਾ, ਹੁਣ ਆਪਾਂ ਇਹਨੂੰ ਹੀਟ ਅਪ ਕਰਾਂਗੇ ਤੇ ਇੱਥੋਂ ਦੀ ਕੁਝ ਇਲੈਕਟ੍ਰੋਨ ਨੂੰ ਉਡਾ ਕੇ ਆਪਾਂ ਕੰਡਕਸ਼ਨ ਬੈਂਡ ਦੇ ਵਿੱਚ ਲੈ ਕੇ ਜਾਵਾਂਗੇ। ਆ ਦੇਖੋ ਕੰਡਕਸ਼ਨ ਬੈਂਡ ਚਲੇ ਗਏ, ਮਤਲਬ ਆ ਸੀ ਆਪਣੇ ਕੋਲੇ ਫ੍ਰੀ ਇਲੈਕਟ੍ਰੋਨ। ਹੁਣ ਇਹ ਫ੍ਰੀ ਇਲੈਕਟ੍ਰੋਨ ਬਾਹਰ ਆ ਗਿਆ। ਜੇ ਫ੍ਰੀ ਇਲੈਕਟ੍ਰੋਨ ਆਪਾਂ ਨੇ ਜਨਰੇਟ ਨਹੀਂ ਕੀਤੇ ਤਾਂ ਇਹ ਆਪਣੇ ਕੋਲੇ ਇਲੈਕਟ੍ਰਿਸਿਟੀ ਕੰਡਕਟ ਨਹੀਂ ਕਰਨਗੇ, ਬਟ ਅਦਰਵਾਈਜ਼ ਆਪਣੇ ਕੋਲੇ ਇਲੈਕਟ੍ਰਿਸਿਟੀ ਕੰਡਕਸ਼ਨ ਹੋਊਗੀ। ਹੁਣ ਆਪਾਂ ਨੇ ਕਰਤੀ ਡੋਪਿੰਗ, ਬਸ 30 ਸੈਕਿੰਡਸ ਆਰ ਰਿਮੇਨਿੰਗ, ਦੇਖਦੇ ਆ ਵੀ ਆਪਾਂ ਨੂੰ ਬਚਦੇ ਕਿ ਨਹੀਂ। ਹੁਣ ਆ ਡੋਪਿੰਗ ਕੀਤੀ ਆ ਪੁੱਤ, ਤੁਸੀਂ ਦੇਖੋ ਐਨ ਟਾਈਪ ਡੋਪਿੰਗ ਕੀਤੀ ਆਪਾਂ ਨੇ। ਐਨ ਟਾਈਪ ਡੋਪਿੰਗ ਕਰਨ ਦਾ ਮਤਲਬ ਹੈ ਮੈਂ ਸਿਲੀਕਨ ਦੀ ਜਗ੍ਹਾ ਫਾਸਫੋਰਸ ਨੂੰ ਪਾਤਾ। ਫਾਸਫੋਰਸ ਕੋਲੇ 1 ਇਲੈਕਟ੍ਰੋਨ ਐਕਸਟਰਾ ਬਚਿਆ ਹੋਇਆ ਸੀ ਜਿਹੜਾ ਕਿ ਆਲਰੇਡੀ ਘੁੰਮ ਰਿਹਾ ਹੈ। ਹੁਣ ਮੈਂ ਇਹਦੀ ਜਗ੍ਹਾ ਜੇ ਮੈਂ ਟ੍ਰਾਈਵੈਲੈਂਟ ਡੋਪਿੰਗ ਕਰੂੰਗਾ, ਮੈਂ ਇੱਥੇ ਬੋਰੋਨ ਪੁੱਟ ਕਰਤਾ, ਬੋਰੋਨ ਪੁੱਟ ਕਰਕੇ ਮੇਰੇ ਕੋਲ ਇੱਕ ਇੱਥੇ ਹੋਲ ਕ੍ਰੀਏਟ ਹੋ ਗਿਆ। ਹੁਣ ਇਹ ਨਾਲ ਵਾਲਾ ਇਲੈਕਟ੍ਰੋਨ ਇੱਥੇ ਜੰਪ ਕਰ ਸਕਦਾ ਹੈ, ਆਹ ਵਾਲਾ ਇਲੈਕਟ੍ਰੋਨ ਇੱਥੇ ਜੰਪ ਕਰ ਸਕਦਾ ਹੈ ਤੇ ਆਹ ਵਾਲਾ ਇਲੈਕਟ੍ਰੋਨ ਇੱਥੇ ਜੰਪ ਕਰ ਸਕਦਾ ਹੈ। ਇਹਦਾ ਮਤਲਬ ਮੈਂ ਇਹ ਕਹਿ ਸਕਦਾ ਕਿ ਮੰਨ ਲਿੱਤਾ ਜਾਵੇ ਕਿ ਮੇਰਾ ਹੋਲ ਟਰੈਵਲ ਕਰ ਰਿਹਾ ਹੈ। ਜੇ ਮੈਂ ਹੋਲ ਟਰੈਵਲ ਕਰਾਊਂਗਾ ਤਾਂ